ਪ੍ਰਾਈਮ ਮੁੱਦੇ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਅੱਜ ਅਸੀਂ ਆਏ ਹਾਂ ਹਲਕਾ ਰੈਕੋਟ ਦੇ ਹਲਵਾਰਾ ਇਲਾਕੇ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਪਿੱਛੇ 에ਅਰਬੇਸ ਹੈ, ਜਿਹੜਾ ਹਲਵਾਰਾ ਪਿੰਡ ਹੈ ਇਸ 에ਅਰਬੇਸ ਕਰਕੇ ਹੀ ਮਸ਼ਹੂਰ ਹੈ। ਤੇ ਜਿਹੜੀ ਜ਼ਮੀਨ ਤੇ ਅਸੀਂ ਇਸ ਟਾਈਮ ਖੜੇ ਹਾਂ ਇਹ ਐਤੀਆਣਾ ਪਿੰਡ ਹੈ, ਹਲਕਾ ਰੈਕੋਟ ਦਾ ਪਿੰਡ ਹੈ ਐਤੀਆਣਾ। ਉਸ ਤੇ ਖੜੇ ਹਾਂ ਤੇ ਲੁਧਿਆਣਾ ਵਾਸੀਆਂ ਲਈ ਖਾਸ ਤੌਰ ਤੇ ਮਾਲਵੇ ਖੇਤਰ ਲਈ ਖੁਸ਼ੀ ਦੀ ਗੱਲ ਹੈ। ਇਸ ਜਗ੍ਹਾ ਤੇ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਹੈ ਉਹ ਬਣਨ ਜਾ ਰਿਹਾ ਹੈ। ਬਹੁਤ ਹੀ ਜਲਦੀ ਇਹਦਾ ਜਿਹੜੀ ਜ਼ਮੀਨ ਹੈ ਵੱਡੀ ਪੱਧਰ ਜਿਹੜੀ ਐਕਵਾਇਰ ਕੀਤੀ ਜਾ ਚੁੱਕੀ ਹੈ। ਥੋੜਾ ਜਿਹਾ ਰਹਿ ਗਿਆ, ਉਹਦਾ ਕੰਮ भी जल्दी मुकम्मल कर लिया जाएगा। ਅੱਜ ਇਸ ਜਗ੍ਹਾ ਦਾ ਮੁਆਇਨਾ ਕਰਨ ਲਈ ਇੱਥੋਂ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਨੇ ਡਾਕਟਰ ਅਮਰ ਸਿੰਘ, ਉਹ ਇੱਥੇ ਖਾਸ ਤੌਰ ਤੇ ਆਏ ਨੇ, ਜਿਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਇੱਥੇ ਗੱਲਬਾਤ ਕੀਤੀ ਹੈ। ਜਿਹੜੇ ਜ਼ਮੀਨ ਵਾਲੇ ਇੱਥੋਂ ਦੇ ਜੱਟ ਨੇ ਜਾਂ ਜ਼ਿਮੀਂਦਾਰ ਨੇ, ਉਹਨਾਂ ਨੇ ਡਾਕਟਰ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਸੀ। ਡਾਕਟਰ ਅਮਰ ਸਿੰਘ ਨਾਲ ਗੱਲ ਕਰਾਂਗੇ ਵੀ 에ਅਰਪੋਰਟ ਦੇ ਬਾਬਤ ਕੀ ਤਿਆਰੀਆਂ ਚੱਲ ਰਹੀਆਂ ਸਰਕਾਰ ਵੱਲੋਂ ਤੇ ਕਦੋਂ ਇਹਦਾ ਕੰਮ ਮੁਕੰਮਲ ਤੌਰ ਤੇ ਸ਼ੁਰੂ ਹੋਏਗਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਡਾਕਟਰ ਸਾਹਿਬ ਤੁਸੀਂ ਅੱਜ ਇੱਥੇ ਆਏ ਹੋ, ਜ਼ਮੀਨ ਦਾ ਤੁਸੀਂ ਸਰਵੇ ਸਾਰਾ ਇੱਥੇ ਕੀਤਾ, ਪਿੰਡ ਵਾਸੀ ਵੀ ਖੜੇ ਨੇ, ਕੀ ਗੱਲਬਾਤ ਤੁਹਾਡੀ ਅੱਜ ਹੋਈ ਹੈ ਇੱਥੇ ਤੇ ਕੀ ਲੱਗਦਾ ਕਦੋਂ ਤੱਕ ਸ਼ੁਰੂ ਹੋ ਜਾਏਗਾ ਕੰਮ? ਦੇਖੋ, ਇਹ ਹਲਵਾਰਾ ਹਵਾਈ ਅੱਡੇ 'ਚ ਇਹਨੂੰ ਇੰਟਰਨੈਸ਼ਨਲ ਹਵਾਈ ਅੱਡਾ ਬਣਾਉਣ ਦਾ ਇੱਕ ਸਕੀਮ ਸੈਂਕਸ਼ਨ ਹੋਈ ਆ ਭਾਰਤ ਸਰਕਾਰ ਦੀ ਔਰ ਆਪਣੀ ਪੰਜਾਬ ਸਰਕਾਰ ਦੇ ਨਾਲ ਮਿਲ ਕੇ। ਔਰ ਐਤੀਆਣਾ ਦੀ ਆ ਜਿਹੜੀ ਜ਼ਮੀਨ ਆ 161 ਏਕੜ, ਜਿਹੜਾ ਟਰਮੀਨਲ ਬਣਨਾ, ਪਾਰਕਿੰਗ, ਹੋਰ ਬਥੇਰੇ ਸਾਰੇ ਕੰਮ ਹੋਣੇ ਆ, ਉਹਦੇ ਲਈ ਐਕਵਾਇਰ ਹੋਈ ਆ। ਇਹਨੂੰ ਮੈਂ ਤਾਂ ਦੇਖੋ ਹੁਣ ਪਹਿਲੇ ਦਿਨ ਆਇਆ, ਇਹ ਮੈਂ ਤਾਂ ਐਤੀਆਣਾ ਪਿੰਡ ਦਾ ਸਿਰਫ ਤੁਸੀਂ ਮੰਨ ਲਓ ਕਿ ਅੱਜ ਸਿਰਫ ਧੰਨਵਾਦ ਕਰਨ ਆਇਆ ਕਿ ਅਸੀਂ ਲੋਕ ਪੰਜਾਬ ਸਰਕਾਰ, ਭਾਰਤ ਸਰਕਾਰ, ਇਹਨਾਂ ਜ਼ਿਮੀਂਦਾਰਾਂ ਦਾ, ਕਿਉਂਕਿ ਉਹਨਾਂ ਨੇ ਆਪਣਾ ਦਿਲ ਦਾ ਜਿਗਰਾ ਕੱਢ ਕੇ, ਜ਼ਮੀਨ ਉਹਦਾ ਜਿਗਰ ਹੁੰਦਾ ਜ਼ਿਮੀਂਦਾਰ ਦਾ, ਇਹਨਾਂ ਨੇ ਆਪਣਾ ਜਿਗਰਾ ਕੱਢ ਕੇ ਦਿੱਤਾ। ਮੈਨੂੰ ਲੱਗਦਾ ਕਿ ਅਸੀਂ ਇਹਨਾਂ ਦਾ ਕਦੇ ਵੀ ਦੇਣਾ ਨਹੀਂ ਦੇ ਸਕਦੇ ਹੈਗੇ। ਮੈਂ ਤਾਂ ਇਹਨਾਂ ਨੂੰ ਬਹੁਤ ਇਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਇਹਨਾਂ ਨੇ ਇਹ ਵੀ, ਮੈਨੂੰ ਲੱਗਦਾ ਇਹ ਪਿੰਡ ਇਸ ਗੱਲੋਂ ਸਹਿਮਤ ਹੋ ਗਿਆ ਕਿ ਨਹੀਂ, ਕਿ ਇੱਥੇ ਤਰੱਕੀ ਹੋਣੀ ਬਹੁਤ ਆ। ਇਹ ਪੰਜਾਬ ਦਾ ਤੁਸੀਂ ਦਿਲ ਕਹਿ ਲਓ, ਇਹ ਵਿੱਚ ਆ। ਇਹ ਜਦੋਂ ਇੱਕ ਵਾਰੀ ਸ਼ੁਰੂ ਹੋ ਗਿਆ, ਇੱਥੇ ਸਾਰਾ ਪੰਜਾਬ ਆਉਣਾ। ਇੱਥੇ ਬਠਿੰਡੇ ਵਾਲਾ ਵੀ 1.5 ਪੌਣੇ 2 ਘੰਟੇ 'ਚ ਆ ਜਾਇਆ ਕਰਨਾ, ਇੱਧਰ ਵਾਲਾ ਵੀ, ਉੱਧਰ ਵਾਲਾ ਵੀ। ਇਹ ਜਦੋਂ ਹਵਾਈ ਅੱਡਾ ਇੱਕ ਵਾਰੀ ਚਾਲੂ ਹੋ ਗਿਆ, ਇਹ ਬਹੁਤ ਵੱਡਾ ਹਵਾਈ ਅੱਡਾ ਬਣਨ ਦੀ ਇਹਦੇ 'ਚ ਪੂਰੀ ਸੰਭਾਵਨਾ ਜੀ। ਔਰ ਲੁਧਿਆਣੇ ਵਾਲਿਆਂ ਨੂੰ ਤਾਂ ਬਹੁਤ ਫਾਇਦਾ ਹੋਣਾ, ਕਿਉਂਕਿ ਜਿੰਨਾ ਬਿਜ਼ਨਸਮੈਨ ਆ ਉਹ ਅੱਜ ਸ਼ਤਾਬਦੀ ਤੇ ਜਾਂਦਾ, ਫਿਰ ਇਹਦੇ ਤੇ ਜਾਇਆ ਕਰਨਗੇ। ਔਰ ਸਾਰੇ ਮਾਲਵਾ, ਮੈਂ ਪਿਛਲੇ ਸਾਲ ਗਿਆ ਸੀ ਕੈਨੇਡਾ, ਸਾਰਾ ਭਰਿਆ ਪਿਆ ਕੈਨੇਡਾ ਆਪਣੇ ਇੱਥੋਂ ਦੇ ਆਸ-ਪਾਸ ਦੇ ਹੀ ਲੋਕਾਂ ਨਾਲ। ਆ ਕਲਕੱਤੇ 'ਚ ਇੰਨੇ ਵੱਡੇ ਆਦਮੀ ਜਾ ਕੇ ਬਣੇ ਹੋਏ ਆ। ਤੇ ਮੇਰਾ ਖਿਆਲ ਆ ਇਹ ਹਵਾਈ ਅੱਡੇ ਨੇ ਰਾਏਕੋਟ ਹਲਕੇ ਨੂੰ ਔਰ ਇਸ ਤਹਿਸੀਲ ਨੂੰ, ਸੁਧਾਰ ਨੂੰ, ਇਹਨੂੰ ਤਾਂ ਬਹੁਤ ਵੱਡਾ ਤਰੱਕੀ ਮਿਲਣੀ ਹੈ, ਕਿਉਂਕਿ ਹੌਲੀ ਹੌਲੀ ਫਿਰ ਐਰੋ ਸਿਟੀ ਬਣੂਗਾ, ਕੋਈ ਛੋਟਾ ਸ਼ਹਿਰ ਬਣੂਗਾ, ਮਾਰਕੀਟਾਂ ਬਣਨਗੀਆਂ, ਮਲਟੀਨੈਸ਼ਨਲ ਆਊ, ਉਹ ਤੁਹਾਨੂੰ ਪਤਾ ਹੀ ਆ ਫਿਰ ਜਿਹੜਾ ਹੌਲੀ ਹੌਲੀ ਹੁੰਦਾ ਵਾ ਜੀ। ਇਹ ਜਿਹੜੇ ਜ਼ਿਮੀਂਦਾਰ ਇਹਨਾਂ ਦਾ ਮੰਨ ਸਕਦੇ ਆ ਕਿ ਇਹਨਾਂ ਨੂੰ ਹੋ ਸਕਦਾ ਉਹਨਾਂ ਨਾ ਕੰਪਨਸੇਸ਼ਨ ਮਿਲਿਆ ਹੋਵੇ, ਲੇਕਿਨ ਇੱਥੋਂ ਦੀ ਔਰ ਆਸ-ਪਾਸ ਦੀ ਜ਼ਮੀਨ ਦੇ ਜਦੋਂ ਹੀ ਇਹ ਮਾੜਾ ਮੋਟਾ ਸ਼ੁਰੂ ਹੋ ਗਿਆ, ਇੱਥੇ ਤਰੱਕੀ ਦੇ ਨਾਲ ਨਾਲ ਜ਼ਮੀਨ ਦੇ ਭਾਅ ਵੀ ਬਹੁਤ ਵਧਣਗੇ। ਔਰ ਅਸੀਂ ਤਾਂ ਇਹ ਵੀ ਮੈਂ ਮਨੋਂ ਚਾਹੁੰਦਾ, ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਨਾ ਚਾਹੁੰਦਾ, ਐਤੀਆਣਿਆਂ ਨੂੰ ਵਾਲਿਆਂ ਨੂੰ ਜਿਨ੍ਹਾਂ ਨੇ ਜ਼ਮੀਨ ਦਿੱਤੀ ਆ, ਕਿ ਆਪਾਂ ਨੂੰ ਇਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਇਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦੀ ਆਸਾਵਾਂ ਤਾਂ ਬਹੁਤ ਜ਼ਿਆਦਾ ਸੀ, ਅਸੀਂ ਉਨੀਆਂ ਨਹੀਂ ਪੂਰੀਆਂ ਕਰ ਸਕੇ। ਮੈਂ ਮੰਨਦਾ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ, ਪਰ ਕੋਈ ਗੱਲ ਨਹੀਂ, ਗਾਂਹ ਵੀ ਬਥੇਰਾ ਕੁਛ ਹੋਣਾ। ਫਿਰ ਇਹਨਾਂ ਨੂੰ ਅਗਲੀਆਂ ਸਕੀਮਾਂ 'ਚ ਰੱਖ ਕੇ, ਅਗਲੀਆਂ ਪੀੜ੍ਹੀਆਂ ਨੇ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ, ਉਹਨਾਂ ਦਾ ਧਿਆਨ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ। ਮੈਂ ਤਾਂ ਇਹ ਬੇਨਤੀ ਕਰੂੰਗਾ ਔਰ ਇਹਨਾਂ ਦਾ ਫਿਰ ਹੱਥ ਜੋੜ ਕੇ ਬਹੁਤ ਧੰਨਵਾਦੀ ਹਾਂ ਕਿ ਜੀ ਤੁਸੀਂ ਬਹੁਤ ਵੱਡਾ ਕੰਮ ਕੀਤਾ, ਤੁਸੀਂ ਆਪਣਾ ਦਿਲ ਦਾ ਜਿਗਰਾ ਜ਼ਮੀਨ ਦਿੱਤੀ ਆ, ਲੇਕਿਨ ਤੁਸੀਂ ਇਹ ਸਮਝ ਕੇ ਦਿੱਤੀ ਕਿ ਬਹੁਤ ਵੱਡੀ ਤਰੱਕੀ ਔਰ ਬਹੁਤ ਵੱਡਾ ਕੰਮ ਹੋਣ ਵਾਲਾ। ਬਹੁਤ ਸਾਰੇ ਜਗ੍ਹਾ ਚਾਹੁੰਦੇ ਆ ਕਿ ਸਾਡੇ 에ਅਰਪੋਰਟ ਬਣ ਜਾਣ, ਪਰ ਬਣਦੇ ਨਹੀਂ ਆ। ਇਹ ਬਹੁਤ ਵੱਡੀ ਗੱਲ ਆ ਕਿ ਇਸ ਹਲਕੇ ਨੂੰ ਮਿਲਿਆ
ਰਾਏਕੋਟ ਵਿਧਾਨ ਸਭਾ ਨੂੰ ਮਿਲਿਆ, ਸੁਧਾਰ ਤਹਿਸੀਲ ਔਰ ਸੁਧਾਰ ਬਲਾਕ ਨੂੰ ਮਿਲਿਆ। ਇਹ ਵੀ ਬਹੁਤ ਵੱਡੀ ਗੱਲ ਆ। ਸਾਰੇ ਸੁਧਾਰ ਦੇ ਮੇਨ ਸਰਪੰਚ ਪੰਚ ਸਾਰੇ ਆਏ ਹੋਏ ਆ, ਐਤਿਆਣਾ ਦੇ ਸਰਪੰਚ ਸਾਹਿਬ ਖੜ੍ਹੇ ਆ। ਬਹੁਤ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹ ਵੀ ਵਾਹਿਗੁਰੂ ਨੂੰ ਪ੍ਰਾਰਥਨਾ ਕਰਨਾ ਕਿ ਇਹਨੂੰ ਜਲਦੀ ਤੋਂ ਜਲਦੀ ਇਸ ਪ੍ਰੋਜੈਕਟ ਨੂੰ ਆਪਾਂ ਸਿਰੇ ਕਰੀਏ, ਇਹ ਬਣ ਕੇ ਚਾਲੂ ਹੋਵੇ ਤਾਂ ਜੋ ਲੋਕਾਂ ਦੀਆਂ ਜਿਹੜੀਆਂ ਆਸਾਂ ਨੇ ਕਿ ਇੱਥੇ ਨਵੀਆਂ ਨੌਕਰੀਆਂ ਆਉਣ, ਇੱਥੇ ਹੋਟਲ ਬਣੇ, ਇੱਥੇ ਰੈਸਟੋਰੈਂਟ, ਇੱਥੇ ਟੈਕਸੀਆਂ ਚੱਲਣ, ਇੱਥੇ ਹੋਰ ਬਿਜ਼ਨਸ ਚੱਲਣ, ਇੱਥੋਂ ਦੇ ਮੁੰਡੇ ਕੁੜੀਆਂ ਨੂੰ ਨੌਕਰੀ ਮਿਲੇ। ਇਹ ਸਾਰੀਆਂ ਆਸਾਂ ਅਸੀਂ ਸਾਰੇ ਲੈ ਕੇ ਬੈਠੇ ਹਾਂ। ਇਹ ਜਿੰਨਾ ਜਲਦੀ ਪੂਰੀਆਂ ਹੋਣਗੀਆਂ ਓਨਾ ਹੀ ਚੰਗਾ ਹੋਊਗਾ। ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਜਿਵੇਂ 161 ਏਕੜ ਦੀ ਦੱਸਿਆ ਜ਼ਮੀਨ ਅਕਵਾਇਰ ਕੀਤੀ ਗਈ ਹੈ, ਕਦੋਂ ਤੱਕ ਜ਼ਮੀਨੀ ਪੱਧਰ ਕੋਲ ਤੱਕ ਕੰਮ ਸ਼ੁਰੂ ਹੋ ਜਾਏਗਾ? ਇਹ ਤਾਂ ਕੱਲ੍ਹ ਹੀ ਮੁੱਖ ਮੰਤਰੀ ਮੀਟਿੰਗ ਤਾਂ ਕੱਲ੍ਹ ਹੀ ਆ। ਉਹ ਏਅਰਪੋਰਟ ਅਥਾਰਟੀ ਨਾਲ MOU ਹੋਇਆ ਪੰਜਾਬ ਸਰਕਾਰ ਦਾ, ਮੈਮੋਰੈਂਡਮ ਆਫ ਅੰਡਰਸਟੈਂਡਿੰਗ। ਪੰਜਾਬ ਸਰਕਾਰ ਨੇ ਜ਼ਮੀਨ ਦੇਣੀ ਆ ਉਹਨਾਂ ਨੂੰ। ਜਦੋਂ ਜ਼ਮੀਨ ਮਿਲ ਗਈ, ਵੈਸੇ ਇਹਦਾ ਕਬਜ਼ਾ ਤਾਂ ਪੰਜਾਬ ਸਰਕਾਰ ਨੇ ਲੈ ਲਿਆ, ਤੇ ਉਹਨਾਂ ਨੇ ਫਿਰ ਇਹਨੂੰ ਦੇਖ ਕੇ ਔਰ ਇੱਥੇ ਟੈਂਡਰ ਕਾਲ ਕਰਨਾ ਹੈ, ਜਿਹੜਾ ਟਰਮੀਨਲ ਬਣਨਾ ਹੈਗਾ। ਮੇਰਾ ਖਿਆਲ ਉਹ ਮਹੀਨਾ 2 ਮਹੀਨੇ 3 ਮਹੀਨੇ 'ਚ ਉਹਨਾਂ ਨੇ ਆਪਣਾ ਟੈਂਡਰ ਦਾ ਪ੍ਰੋਸੈਸ ਸ਼ੁਰੂ ਕਰ ਦੇਣਾ ਹੈਗਾ। ਔਰ ਫਿਰ ਮੇਰੇ ਖਿਆਲ ਸਾਲ 1.5 ਸਾਲ 2 ਸਾਲ ਕੋਈ ਟਰਮੀਨਲ ਕਹਿ ਤਾਂ ਸ਼ਬਦ ਤਾਂ ਛੋਟਾ, ਪਰ ਟਰਮੀਨਲ ਆਪਾਂ ਦਿੱਲੀ ਜਾਂ ਉਹ ਉਨੇ ਵੱਡੇ ਨਹੀਂ ਹੋਣਗੇ, ਪਰ ਫਿਰ ਵੀ ਬਹੁਤ ਵੱਡੀ ਉਹ ਸਟਰਕਚਰ ਹੁੰਦਾ। ਜਹਾਜ਼ ਕਿੱਥੇ ਖੜੇ ਕਰਨੇ ਆ, ਕੀ ਕੁਛ ਹੋਣਾ, ਬੜਾ ਕੁਛ ਹੁੰਦਾ ਹੈਗਾ। ਉਹ ਮੇਰੇ ਖਿਆਲ ਅਗਲੇ 1.5 2 2.5 ਸਾਲ 'ਚ ਇਹ ਟਰਮੀਨਲ ਦਾ ਕੰਮ ਜਦੋਂ ਪੂਰਾ ਹੋ ਜਾਊਗਾ, ਫਿਰ ਨਾਲ ਹੀ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਡਾਕਟਰ ਸਾਹਿਬ, ਇੱਥੇ ਟਰਮੀਨਲ ਬਣੇਗਾ, ਪਰ ਜਿਹੜੀ ਲਿੰਕ ਰੋਡ ਨੇ ਉਹ ਜਿਵੇਂ ਇਹ ਵੀ ਸਿੰਗਲ ਰੋਡ, ਰਾਏਕੋਟ ਵਾਲੀ ਉਹ ਡਬਲ ਰੋਡ ਹੈ, ਤੇ ਉਹ ਰੋਡ ਵੀ ਜਿਹੜੀ ਚੌੜੀਆਂ ਕੀਤੀ ਜਾਣਗੀ ਜੀ। ਉਹ ਤਾਂ ਸਾਰਾ ਕੁਛ ਹੀ ਹੋਣਾ ਜੀ। ਜਦੋਂ ਏਅਰਪੋਰਟ ਹੋਣਾ ਉਹ ਤਾਂ ਸਾਰਾ ਕੁਛ ਹੋਣਾ ਹੀ ਹੈ, ਨਹੀਂ ਤਾਂ ਲੋਕਾਂ ਨੇ ਪਹੁੰਚਣਾ ਕਿਵੇਂ ਆ? ਬਲਕਿ ਉਦੋਂ ਪਹਿਲਾਂ ਕੰਮ ਹੋ ਜਾਣਾ, ਕਿਉਂਕਿ ਇਹਦੀ ਜਦੋਂ ਬਿਲਡਿੰਗ ਸ਼ੁਰੂ ਹੋਣੀ ਆ ਉਹਦੇ ਲਈ ਬਹੁਤ ਵੱਡੇ ਵੱਡੇ ਟਰਾਲੇ ਟਰੱਕ ਕੀ ਪਤਾ ਕੀ ਕੁਛ ਆਏਗਾ। ਉਹ ਤਾਂ ਸਾਰਾ ਬਸ ਆ ਪਹਿਲਾ ਕੰਮ ਜ਼ਮੀਨ ਹੈਗਾ, ਫਿਰ ਬਾਕੀ ਕੰਮ ਤਾਂ ਹੁਣ ਹੋਣੇ ਹੀ ਆ ਸਾਰੇ ਨਾਲ ਨਾਲ। ਉਹ ਹੋ ਹੀ ਜਾਣਾ ਹੈਗਾ। ਸੜਕ ਹੈਗੀ ਆ, ਉਹਨੂੰ ਥੋੜ੍ਹਾ ਬਹੁਤ ਠੀਕ ਕਰ ਦੇਣਗੇ। ਗਾਂ ਫਿਰ ਕਿੱਧਰ ਦੀ ਇੱਕ ਗਾਂ ਨੂੰ ਸਿੱਧੀ ਆਪਣਾ ਫਿਰੋਜ਼ਪੁਰ ਰੋਡ ਨੂੰ ਵੀ ਸੜਕ ਲਿਜਾਣ ਦੀ ਇੱਕ ਯੋਜਨਾ ਹੈਗੀ ਆ। ਬਹੁਤ ਸਾਰੀਆਂ ਯੋਜਨਾਵਾਂ ਨੇ, ਪਰ ਉਹ ਅੱਜ ਮੈਂ ਗੱਲਾਂ ਨਹੀਂ ਕਰਨੀਆਂ ਚਾਹੁੰਦਾ। ਉਹ ਜਿਉਂ-ਜਿਉਂ ਇਹ ਕੰਮ ਅੱਗੇ ਵਧੂਗਾ ਫਿਰ ਉਹ ਵਧਣਗੇ। ਡਾਕਟਰ ਸਾਹਿਬ ਤੋਂ ਥੋੜ੍ਹੀ ਹਟ ਕੇ ਗੱਲ ਕੀਤੀ ਜਾਵੇ, ਪੋਲੀਟੀਕਲ 'ਤੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਸਰਕਾਰ ਦੇ ਵਿੱਚ ਲੈ ਕੇ ਮੰਤਰੀਆਂ ਦੀ ਆਪਸ ਵਿੱਚ ਅਫਸਰਾਂ ਨਾਲ ਕਿਤੇ ਨਾ ਕਿਤੇ ਤਾਲਮੇਲ ਦੀ ਕਮੀ ਲੱਗਦੀ। ਹੁਣ ਤੁਸੀਂ ਕਿਵੇਂ ਦੇਖਦੇ ਹੋ? 1.5 ਸਾਲ ਦਾ ਸਮਾਂ ਰਹਿ ਗਿਆ ਕਿ ਅੱਗੇ ਨੁਕਸਾਨ ਨਹੀਂ ਹੋ ਕਾਂਗਰਸ ਪਾਰਟੀ ਨੂੰ? ਦੇਖੋ, ਇਹਦੇ 'ਚ ਮੇਰਾ ਇਹ ਕਹਿਣਾ ਹੈ, ਜਿੱਥੇ ਵੀ ਲੋਕ ਇਕੱਠੇ ਕੰਮ ਕਰਦੇ ਆ, ਵਿਚਾਰਾਂ ਦੇ ਮਤਭੇਦ ਹੁੰਦੇ ਆ, ਸਾਡੇ ਹੋ ਜਾਂਦੇ ਆ ਕਈ ਵਾਰੀ, ਪੋਲੀਟੀਕਲ ਲੋਕਾਂ ਦੇ ਆਪਣੇ ਹੋ ਜਾਂਦੇ ਆ, ਸਾਡੇ ਸਰਪੰਚਾਂ ਦੇ ਆਪਸ ਵਿੱਚ ਹੋ ਜਾਂਦੇ ਆ, ਸਰਪੰਚਾਂ ਦੇ ਮੈਂਬਰ ਪੰਚਾਇਤਾਂ 'ਚ ਹੋ ਜਾਂਦੇ ਆ, ਹਲਵਾਰੇ ਵਾਲੇ ਖੜੇ ਆ। ਇਹ ਤਾਂ ਇਹ ਚੱਲਦਾ ਰਹਿੰਦਾ ਹੈਗਾ। ਉੱਥੇ ਹੁਣ ਅਫਸਰ ਔਰ ਮਿਨਿਸਟਰ ਇਕੱਠੇ ਕੰਮ ਕਰਦੇ ਆ, ਕਈ ਗੱਲਾਂ ਨੂੰ ਲੈ ਕੇ ਮਤਭੇਦ ਹੋ ਜਾਂਦੇ ਆ ਵਿਚਾਰਾਂ ਦੇ, ਕਈ ਵਾਰੀ ਗੁੱਸਾ ਗਿਲਾ ਵੀ ਹੁੰਦਾ ਹੈਗਾ। ਪਰ ਫਿਰ ਮਾਨਯੋਗ ਮੁੱਖ ਮੰਤਰੀ ਜੀ ਬੈਠੇ ਆ, ਉਹਨਾਂ ਨੇ ਫਿਰ ਬਿਠਾ ਕੇ ਸਾਰਿਆਂ ਨੂੰ ਸਮਝਾਦਾ ਔਰ ਉਹਦਾ ਹੌਲੀ ਹੌਲੀ ਕਰਕੇ ਹੱਲ ਕੱਢਤਾ। ਅਸੀਂ ਵੀ ਐਵੇਂ ਹੀ ਕਰਦੇ ਹਾਂ। ਜਿਹੜੀਆਂ ਪੰਚਾਇਤਾਂ ਝਗੜੇ ਹੋ ਜਾਂਦੇ, ਫਿਰ ਹੌਲੀ ਹੌਲੀ ਕਰਕੇ ਉਹਨੂੰ ਨਿਪਟਾਈ ਦਾ ਕਿ ਭਾਈ ਚਲੋ ਇਕੱਠੇ ਬੈਠੋ, ਕਰੋ ਇਹਨੂੰ, ਸਾਰਿਆਂ ਨੇ ਆਪਾਂ ਕੰਮ ਕਰਨੇ ਆ। ਤਾਂ ਉਹਦੇ 'ਚ ਕੋਈ ਬਹੁਤਾ ਖਤਰਾ ਨਹੀਂ ਆ ਔਰ ਇਹ ਕੋਈ ਇਹੋ ਜਿਹੀ ਗੱਲ ਨਹੀਂ ਕਿ ਜਿਹਦਾ ਕੋਈ ਹੱਲ ਨਾ ਕੀਤਾ ਜਾ ਸਕੇ ਜੀ। ਡਾਕਟਰ ਸਾਹਿਬ, ਜਿਵੇਂ ਇੱਥੇ ਟਰਮੀਨਲ ਬਣ ਰਿਹਾ, ਹੋਰ ਬਹੁਤ ਲਾਂਘਾਂ ਪੱਟੀਆਂ ਨੇ ਭਾਰਤ ਸਰਕਾਰ ਦੇ ਪਿਛਲੇ 70-75 ਸਾਲਾਂ ਦੇ ਵਿੱਚ, ਪਰ ਜਿਹੜੀ ਕਰੋਨਾ ਮਹਾਮਾਰੀ ਦੇ ਨਾਲ ਇਹ ਅਸਲ ਤਸਵੀਰ ਆ ਭਾਰਤ ਦੀ ਉਹ ਸਾਹਮਣੇ ਆਈ ਆ। ਗਰੀਬ ਬੱਚੇ ਨੇ, ਜਿਹੜੇ ਗਰੀਬ ਮਜ਼ਦੂਰ ਨੇ, ਸੜਕਾਂ 'ਤੇ ਨੰਗੇ ਪੈਰੀ ਆਪਣੇ ਪਿੰਡਾਂ ਨੂੰ ਜਾਂਦੇ ਨਜ਼ਰ ਆਏ। ਇੱਥੇ ਦੀ ਗੱਲ ਨਹੀਂ ਕਰਦਾ, ਪੂਰੇ ਭਾਰਤ ਦੀ ਗੱਲ ਕਰਦਾ ਮੈਂ। ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਤਰੱਕੀ, ਉਸ ਨੂੰ ਆਪਾਂ ਤਰੱਕੀ ਕਹਿ ਸਕਦੇ ਉਸ ਚੀਜ਼ ਨੂੰ? ਦੇਖੋ, ਆਪਾਂ ਨੂੰ 2 ਤਰੀਕਿਆਂ ਨਾਲ ਦੇਖਣਾ ਪਊ। ਇੱਕ ਤਾਂ ਜਿਹੜਾ ਪੰਜਾਬ ਦਾ ਜਿਹੜਾ ਆਦਮੀ ਆ, ਉਹ ਸਾਡਾ ਪੜ੍ਹਿਆ ਲਿਖਿਆ ਤਾਂ ਬਾਹਰ ਜਾਂਦਾ ਹੈਗਾ, ਲੇਕਿਨ ਸਾਡਾ ਜਿਹੜਾ ਆਮ ਪਿੰਡ ਦਾ ਆਦਮੀ ਉਹ ਬਾਹਰ ਦੂਸਰੇ ਸੂਬਿਆਂ 'ਚ ਕੋਈ ਮਜ਼ਦੂਰੀ ਕਰਨ ਨਹੀਂ ਜਾਂਦਾ। ਹਾਂ, ਕਈ ਸੂਬੇ ਹੈਗੇ ਜਿਨ੍ਹਾਂ 'ਚ ਗਰੀਬੀ ਜ਼ਿਆਦਾ, ਉੱਥੋਂ ਦੇ ਲੋਕ ਫਿਰ ਹਿੰਦੁਸਤਾਨ ਦੇ ਬਹੁਤ ਸਾਰੇ ਸੂਬਿਆਂ 'ਚ ਕੰਮ ਕਰਨ ਜਾਂਦੇ ਆ। ਇੱਥੇ ਵੀ ਲੋਕ ਆਉਂਦੇ ਆ, ਜਿਵੇਂ ਸਾਡਾ ਲੁਧਿਆਣਾ ਵਾ, ਮੰਡੀ ਗੋਬਿੰਦਗੜ੍ਹ ਆ, ਸਰਹੰਦ ਆ, ਬਹੁਤ ਜਗ੍ਹਾ ਲੋਕ ਆਉਂਦੇ ਹੈਗੇ ਆ। ਆਪਣਾ ਜਲੰਧਰ ਆ, ਅੰਮ੍ਰਿਤਸਰ ਆ, ਜਿੱਥੇ ਜਿੱਥੇ ਇੰਡਸਟਰੀ ਹੈਗੀ ਆ ਉੱਥੇ ਬਾਹਰਲੇ ਸੂਬਿਆਂ ਦੇ ਆਉਂਦੇ ਆ ਜੀ। ਦੇਖੋ, ਇਹਦੇ 'ਚ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਜੀ ਕਿ 4 ਘੰਟੇ ਦੇ ਨੋਟਿਸ ਤੇ ਪ੍ਰਧਾਨ ਮੰਤਰੀ ਜੀ ਨੇ ਹਿੰਦੁਸਤਾਨ ਬੰਦ ਕਰਤਾ।
ਹੁਣ ਉਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ 4 ਘੰਟੇ 'ਚ ਤਾਂ ਘਰ ਦੇ ਭਾਂਡੇ ਨਹੀਂ ਸਾਂਭੇ ਜਾਂਦੇ ਜੀ, ਤੇ ਕਰੋੜਾਂ ਲੋਕ ਕਿੱਥੋਂ ਸਾਂਭੇ ਜਾਣੇ ਆ। ਇਹ ਗਲਤੀ ਕੇਂਦਰ ਸਰਕਾਰ ਤੋਂ ਹੋਈ ਆ, ਪ੍ਰਧਾਨ ਮੰਤਰੀ ਜੀ ਤੋਂ ਹੋਈ ਆ। ਉਹਨਾਂ ਨੇ ਕਿ ਗਰੀਬ ਗੁਰਬਾ ਕਿੱਥੇ ਪਹੁੰਚੂਗਾ ਉਹਦਾ ਕੋਈ ਧਿਆਨ ਨਹੀਂ ਰੱਖਿਆ। ਨਹੀਂ ਤਾਂ ਜੇ ਉਹਨਾਂ ਨੂੰ 2 ਜਾਂ 3 ਦਿਨ ਜਾਂ 4 ਦਿਨ ਦੇ ਦਿੰਦੇ ਕਿ ਭਾਈ ਅਸੀਂ ਸਾਰਾ ਮੁਲਕ ਬੰਦ ਕਰਨਾ, ਜਿਹਨੇ ਜਿੱਥੇ ਜਾਣਾ ਉਹ ਚਲਿਆ ਜਾਵੇ, 3 ਦਿਨ ਬਾਅਦ ਬੰਦ ਕਰਾਂਗੇ, 4 ਦਿਨ ਬਾਅਦ ਬੰਦ ਕਰਾਂਗੇ। ਈਵਨ ਪੰਜਾਬ ਦੇ ਲੋਕ ਕਈ ਵਾਰ ਫਸੇ ਸੀ, ਅਸੀਂ ਸਿਫਾਰਿਸ਼ਾਂ ਪਾ ਕੇ ਪੰਜਾਬ ਦੇ ਬਾਹਰ ਲੋਕਾਂ ਲਿਆਏ ਜੀ। ਤੇ ਇਹ ਤਾਂ ਗਲਤੀ ਉੱਥੇ ਕੇਂਦਰ ਸਰਕਾਰ 'ਚ ਹੋਈ ਆ, ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ। ਪਰ ਪੰਜਾਬ ਸਰਕਾਰ ਨੇ ਇਸ ਨੂੰ ਕਰੋਨਾ ਵਾਲੇ ਕੰਮ ਨੂੰ ਬਹੁਤ ਸਮਝਦਾਰੀ ਨਾਲ ਔਰ ਸਫਲਤਾ ਨਾਲ ਇਹਦਾ ਹੱਲ ਕੀਤਾ। ਤੁਹਾਡੀ ਗੱਲ ਠੀਕ ਹੈ, ਪੰਜਾਬ ਸਰਕਾਰ ਨੇ ਸਫਲਤਾ ਪ੍ਰਾਪਤ ਕੀਤੀ ਹੈ ਕਰੋਨਾ ਮਾਮਲੇ ਤੇ। ਕੇਸ ਵੀ ਬਹੁਤ ਘੱਟ ਨੇ ਬਾਕੀ ਸੂਬਿਆਂ ਦੇ ਮੁਕਾਬਲੇ, ਪਰ ਅਕਾਲੀ ਦਲ ਹਾਲੇ ਵੀ ਹਮਲਾਵਰ ਰੁੱਖ ਅਪਣਾ ਰਿਹਾ ਜੀ। ਪੰਜਾਬ ਸਰਕਾਰ ਵੱਲੋਂ ਸੰਭਾਲਿਆ ਨਹੀਂ ਗਿਆ ਸਿਸਟਮ, ਸਾਰਾ ਫੇਲ ਸਾਬਤ ਹੋਇਆ। ਉਹਨੂੰ ਕਿਵੇਂ ਦੇਖਦੇ ਹੋ? ਇਹ ਮੈਂ ਹੁਣ ਦੇਖੋ, ਇਹ ਗੱਲਾਂ ਤੁਸੀਂ ਹੁਣ ਪੁੱਛ ਰਹੇ ਹੋ ਜੀ, ਇਹ ਦੱਸੋ ਜਿਹੜਾ ਇਹਨਾਂ ਨੇ ਕਿਹਾ ਕਿ ਬਿਜਲੀ ਫ੍ਰੀ ਬੰਦ ਹੋ ਰਹੀ ਆ, ਉਹ ਆਰਡਰ ਕਿਹੜੀ ਸਰਕਾਰ ਦਾ ਵਾ? ਕੇਂਦਰ ਸਰਕਾਰ ਦਾ ਆਰਡਰ ਨਹੀਂ ਆ, ਉਹ ਮੋਦੀ ਸਰਕਾਰ ਦਾ ਆਰਡਰ ਆ ਕਿ ਜੇ ਤੁਸੀਂ ਆਪਣਾ ਲੋਨ ਵਧਾਉਣਾ ਵਾ ਕਿਸੇ ਵੀ ਸੂਬੇ ਨੇ ਤੇ ਜ਼ਿਮੀਂਦਾਰਾਂ ਨੂੰ ਜਿਹੜੀ ਮੁਫਤ ਬਿਜਲੀ ਦੇਣੀ ਉਹ ਬੰਦ ਕਰੋ। ਇਹ ਆਰਡਰ ਕਿਹਦਾ? ਅਕਾਲੀ ਦਲਾਂ ਨੇ ਉਹਨੂੰ ਸ਼ਰਮ ਨਹੀਂ ਆਉਂਦੀ ਕਿ ਉਹਦੇ ਭਾਈਵਾਲ ਲਈ ਔਰ ਉੱਥੇ ਅੰਦਰ ਬੈਠੇ ਹੋਏ ਆ। ਬਾਦਲ ਸਾਹਿਬ ਬੋਲੇ ਕਿਉਂ ਨਹੀਂ? ਵੱਡੇ ਬਾਦਲ ਸਾਹਿਬ ਬੋਲੇ ਕਿਉਂ ਨਹੀਂ ਕਿ ਅਸੀਂ ਤੁਹਾਡੇ ਨਾਲ ਭਾਈਵਾਲ ਨਹੀਂ ਰਹਿ ਸਕਦੇ? ਤੁਸੀਂ ਤਾਂ ਆਰਡਰ ਇਹੋ ਜਿਹੇ ਕਰਦੇ ਆ ਜਿਹੜੇ ਜ਼ਿਮੀਂਦਾਰਾਂ ਦੇ ਖਿਲਾਫ ਨੇ ਜੀ। ਜਦੋਂ ਉਹਨਾਂ ਨੇ ਰੌਲਾ ਪਾਇਆ 24 ਘੰਟੇ 'ਚ ਕੈਪਟਨ ਸਾਹਿਬ ਦਾ ਬਿਆਨ ਆ ਕਿ ਭਾਈ ਇਹ ਕਿਹਨੇ ਕਹਿਤਾ? ਇਹ ਤਾਂ ਸਿਰਫ ਉਹਨਾਂ ਦੇ ਆਰਡਰ ਦੀ ਜਦੋਂ ਆਇਆ ਸਿਰਫ ਗੱਲ ਹੋਈ ਸੀ ਕਿ ਇਹਨੂੰ ਕਰਨਾ ਕਿਵੇਂ ਆ, ਉਹਨੂੰ ਹੀ ਚੱਕ ਕੇ ਤੁਰ ਗਏ। ਤੁਹਾਨੂੰ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਸਰਕਾਰ ਜਿਹੜੀ ਉਹਨਾਂ ਨਾਲ ਲੜਦੀ ਰਹੀ ਆ ਤੇ ਉਹ ਇਹੋ ਜਿਹਾ ਕੋਈ ਸਵਾਲ ਨਹੀਂ ਹੋ ਸਕਦਾ ਹੈਗਾ। ਉਹਨਾਂ ਨੇ ਇਹੀ ਨਹੀਂ, ਹੋਰ ਬਹੁਤ ਸਾਰੇ ਇਹੋ ਜਿਹੇ ਆਰਡਰ ਕੱਢੇ ਆ ਜਿਹੜੇ ਹੌਲੀ ਹੌਲੀ ਪਤਾ ਲੱਗੂਗਾ ਜਿਹੜੇ ਜ਼ਿਮੀਂਦਾਰਾਂ ਦੇ, ਕਿਸਾਨਾਂ ਦੇ, ਗਰੀਬਾਂ ਦੇ ਖਿਲਾਫ ਨੇ। ਇਹ ਤਾਂ ਵੱਡੇ ਲੋਕਾਂ ਦੀ ਸਰਕਾਰ ਆ ਜਿਹੜੀ ਹੁਣ ਕੇਂਦਰ ਸਰਕਾਰ ਆ। ਇਹ ਅੰਦਰ ਉਹਨਾਂ ਦੇ ਨਾਲ ਬੈਠੇ ਭਾਈ ਵਾਲੇ ਉੱਥੋਂ ਨਿਕਲਦੇ ਕਿਉਂ ਨਹੀਂ ਹੈਗੇ? ਇੱਥੇ ਗੱਲਾਂ ਮਾਰੀ ਜਾਂਦੇ ਆ। ਡਾਕਟਰ ਸਾਹਿਬ, ਆਖਰੀ ਸਵਾਲ, ਧੁੱਪ ਦਾ ਹੈਗੀ, ਧੁੱਪ ਬਹੁਤ ਜ਼ਿਆਦਾ ਤਿੱਖੀ ਆ, ਤੁਸੀਂ ਵੀ ਖੜੇ ਹੋ ਇੱਥੇ, ਕਰੋਨਾ ਮਹਾਮਾਰੀ ਵੀ ਲੰਘ ਗਈ ਆ, ਤੁਹਾਡੇ ਸੋਸ਼ਲ ਮੀਡੀਆ ਦੇਖਦੇ ਹੋ, ਤੁਸੀਂ ਪਿੰਡਾਂ ਵਿੱਚ ਗਏ ਹੋ, ਸ਼ਹਿਰਾਂ ਦੇ ਵਿੱਚ ਗਏ ਹੋ, ਕਾਫੀ ਐਮਪੀ ਨੇ ਆਪਣੇ ਘਰਾਂ ਵਿੱਚ ਬੈਠੇ ਨੇ, ਹਾਲਾਂਕਿ ਤੁਹਾਡੀ ਉਮਰ ਬਹੁਤ ਜ਼ਿਆਦਾ ਬਾਕੀ ਐਮਪੀ ਦੇ ਮੁਕਾਬਲੇ, ਅੱਜ ਵੀ ਤੁਸੀਂ ਧੁੱਪ 'ਚ ਖੜੇ ਹੋ, ਪਸੀਨਾ ਤੁਹਾਡੇ ਚੋ ਰਿਹਾ, ਇਹ ਕਿਉਂ, ਇਹ ਡਿਫਰੈਂਸ ਕਿਉਂ ਆ ਰਿਹਾ? ਨਹੀਂ, ਇਸ ਤਰ੍ਹਾਂ ਦਾ ਕੋਈ ਨਹੀਂ ਕਿ ਮੈਂ ਕਰਦਾ ਦੂਸਰੇ ਨਹੀਂ ਕਰਦੇ, ਇਹੋ ਜਿਹੀਆਂ ਗੱਲਾਂ ਮੈਂ ਨਹੀਂ ਕਰਦਾ ਜੀ। ਮੈਂ ਤੇ ਸਮਝਦਾ ਕਿ ਹਰ ਜਿਹੜਾ ਨੇਤਾ ਆਇਆ, ਮੈਂ ਜਦੋਂ ਪਹਿਲੀ ਵਾਰ ਵੀ ਆਇਆ ਸੀ ਉਦੋਂ ਵੀ ਕਿਹਾ ਸੀ ਮੈਨੂੰ ਵਾਹਿਗੁਰੂ ਨੇ ਬਹੁਤ ਦਿੱਤਾ। ਮੈਂ ਇੱਕ ਗਰੀਬ ਪਰਿਵਾਰ 'ਚੋਂ ਉੱਠ ਕੇ ਬਹੁਤ ਉੱਪਰ ਤੱਕ ਚਲਾ ਗਿਆ ਸੀ। ਮੈਂ ਤਾਂ ਜਿਹੜੀ ਹੁਣ ਮੇਰੀ ਬਾਕੀ ਉਮਰ ਆ ਮੈਂ ਉਹ ਸੇਵਾ ਚਲਾਉਣਾ ਚਾਹੁੰਦਾ। ਮੇਰਾ ਤਾਂ ਹੁਣ ਕੁਛ ਵੈਸੇ ਵੀ ਮੈਨੂੰ ਚੀਫ ਸੈਕਟਰੀ ਤੱਕ ਵਾਹਿਗੁਰੂ ਨੇ ਕਰਤਾ ਤੇ ਫਿਰ ਹੋਰ ਕੀ ਲੈਣਾ ਹੁੰਦਾ, ਪਹਿਲਾਂ ਡਾਕਟਰ ਬਣਿਆ। ਮੈਂ ਤਾਂ ਆਈ ਇਸ ਕਰਕੇ ਮੈਨੂੰ ਜਦੋਂ ਹਫ਼ਤਾ 10 ਦਿਨ ਨਿਕਲ ਜਾਂਦਾ, ਕਰੋਨਾ 'ਚ ਕਈ ਵਾਰੀ ਵਿੱਚ ਦਿਨ ਜ਼ਿਆਦਾ ਨਿਕਲ ਜਾਂਦੇ ਸੀ, ਮੈਨੂੰ ਆਪ ਮੇਰਾ ਮਨ ਬੇਚੈਨ ਹੁੰਦਾ ਸੀ ਕਿ ਜਿਹੜੇ ਲੋਕ ਵੋਟ ਪਾਉਂਦੇ ਉਹਨਾਂ ਕੋਲ ਜਾਈਏ ਤਾਂ ਸਹੀ। ਠੀਕ ਹੈ ਕਿ ਕੁਝ ਕੰਮ ਉਹਨਾਂ ਦੇ ਹੋਣਗੇ, ਕੁਝ ਰਹਿ ਜਾਣਗੇ, ਪਰ ਜਾਈਏ ਤਾਂ ਸਹੀ। ਆ ਪੁੱਛੋ ਹਫ਼ਤਾ ਕੁ ਪਹਿਲਾਂ ਮੈਂ ਪਹਿਲਾਂ ਆਇਆ ਹੋਇਆ ਸੀ, ਫੇਰ ਆ ਗਿਆ। ਮੈਨੂੰ ਤਾਂ ਇਹ ਲੱਗਦਾ ਕਿ ਹਰ ਨੇਤਾ ਦਾ ਫਰਜ਼ ਬਣਦਾ ਕਿ ਆਪਣੇ ਲੋਕਾਂ ਨੂੰ ਪੁੱਛੇ ਕਿਹੜੇ ਕੰਮ ਹੋ ਗਏ, ਕਿਹੜੇ ਰਹਿ ਗਏ ਆ। ਅੱਜ ਮੈਂ ਸਾਰੇ ਵੀਡੀਓਜ਼ ਨੂੰ ਬੁਲਾ ਕੇ ਸਰਪੰਚਾਂ ਨਾਲ ਮੀਟਿੰਗ ਕਰਾਈ, ਬਿਜਲੀ ਵਾਲੇ ਬੁਲਾਏ ਹੋਏ ਸੀ ਕਿਉਂਕਿ ਝੋਨੇ ਦੀ ਬਿਜਾਈ ਸ਼ੁਰੂ ਹੋਣ ਵਾਲੀ ਆ ਕਿ ਬਿਜਲੀ ਸਭ ਜਗ੍ਹਾ ਠੀਕ ਆ ਕਿ ਨਹੀਂ ਠੀਕ ਆ। ਸੜਕਾਂ ਵਾਲਿਆਂ ਨੂੰ ਬੁਲਾਇਆ ਸੀ ਕਿ ਬਈ ਪਿੰਡਾਂ ਦੀਆਂ ਸੜਕਾਂ ਦਾ ਕੀ ਬਣਿਆ। ਮੇਰਾ ਤਾਂ ਇਹੀ ਕੰਮ ਆ ਕਿ ਮੈਂ ਪਿੰਡ ਦੇ ਲੋਕ, ਸਰਪੰਚ, ਪੰਚ, ਬਾਕੀ ਜਿਹੜੇ ਸਾਡੇ ਲੀਡਰ ਆ ਔਰ ਸਰਕਾਰੀ ਏਜੰਸੀ ਦੇ ਨਾਲ ਮਿਲ ਕੇ ਪੁਲ ਦਾ ਕੰਮ ਕਰਦਾ ਰਹਾਂ ਔਰ ਉਹੀ ਮੈਂ ਕਰਦਾ। ਬਹੁਤ ਅੱਛਾ। ਇੱਥੇ ਨਾਲ ਸਾਡੇ ਪਿੰਡ ਵਾਸੀ ਵੀ ਖੜੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਕੀ ਤੁਹਾਡਾ ਸਰ? ਸੋਹਣ ਸਿੰਘ। ਸੋਹਣ ਸਿੰਘ, ਤੁਹਾਡੀ ਵੀ ਇੱਥੇ ਜ਼ਮੀਨ ਹੈ ਜੀ? ਹਾਂਜੀ। ਤੇ ਕਿੱਦਾਂ ਲੱਗਦਾ ਐਕਵਾਇਰ ਕੀਤੀ ਹੈ ਜ਼ਮੀਨ ਪੰਜਾਬ ਸਰਕਾਰ ਨੇ, ਕਿੱਦਾਂ ਮੁਆਵਜ਼ਾ ਕਿੱਦਾਂ ਮਿਲਿਆ? ਮੁਆਵਜ਼ੇ ਦੀ ਗੱਲ ਬਾਅਦ 'ਚ ਕਰਦੇ ਹਾਂ, ਪਹਿਲਾਂ ਕਹਾਂਗੇ ਜਿੱਦਣ ਸਾਡੇ ਸਰਵੇ ਕਰਨ ਆਏ, ਮੈਂ ਬੇਸਿਕਲੀ ਮੈਂ ਜਨਮ ਤੋਂ ਹੀ ਕਲਕੱਤੇ ਆ, ਸਾਡਾ ਫੈਮਿਲੀ 100 ਸਾਲ ਤੋਂ ਉੱਥੇ ਆ ਕਲਕੱਤੇ। ਪਿਓ ਦਾਦੇ ਪੜਦਾਦੇ ਦੀ ਜ਼ਮੀਨ ਸੀ, ਲਗਾਵ ਹੁੰਦਾ ਹੀ ਹੈ। ਇਹ ਸਾਡਾ ਜੋ ਵੀ ਬਿਜ਼ਨਸ ਹੈਗਾ ਐਤੀਆਣੇ ਦੇ ਨਾਂ 'ਤੇ ਹੀ ਹੈ। ਮੇਰੀਆਂ ਬੱਸਾਂ, ਗੈਸ ਟੈਂਕਰ ਜੋ ਵੀ ਹੈ ਬੰਗਾਲ ਤੇ ਬਿਹਾਰ ਚੱਲਦੇ ਆ। ਕਿਸੇ ਨੂੰ ਪੁੱਛ ਲਓ ਐਤੀਆਣਾ, ਸਭ ਕਹਿਣਗੇ ਹਾਂਜੀ ਅਸੀਂ ਜਾਣਦੇ ਹਾਂ ਐਤੀਆਣਾ। ਤੇ ਜਦ ਸਾਨੂੰ ਪਤਾ ਲੱਗਿਆ ਕਿ ਏਅਰਪੋਰਟ ਬਣਨਾ ਇੱਥੇ, ਮੈਂ ਪਹਿਲੇ ਦਿਨ ਹੀ ਆ ਕੇ ਸਾਰੇ ਜਗ੍ਹਾ ਸਾਰੇ ਪਿੰਡ ਵਾਲਿਆਂ ਨਾਲ ਵੀ ਗੱਲ ਕੀਤੀ ਕਿ ਵੀ ਨਹੀਂ ਇਹ ਪਿੰਡ ਦੀ ਤਰੱਕੀ ਹੋਣੀ ਹੈ। ਜੋ ਸਾਡੀ ਜ਼ਮੀਨ
ਪ੍ਰਾਈਮ ਲੈਂਡ ਹੈ, ਜਾ ਰਹੀ ਆ, ਲੇਕਿਨ ਇਹਦੀ ਡਿਵੈਲਪਮੈਂਟ, ਇਹਦਾ ਫਾਇਦਾ ਮੈਨੂੰ ਨਹੀਂ ਹੋਏਗਾ, ਆਉਣ ਵਾਲੀ ਨਸਲਾਂ ਨੂੰ ਹੋਏਗਾ, ਲੇਕਿਨ ਪੂਰਾ ਫਿਊਚਰ ਇਸ ਪਿੰਡ ਦਾ ਇਹਦੇ ਉੱਤੇ ਡਿਪੈਂਡ ਬਹੁਤ ਕਰਦਾ ਹੈ। ਤੇ ਸਾਨੂੰ ਖੁਸ਼ੀ ਹੈ, ਚਲੋ ਕੰਪਨਸੇਸ਼ਨ ਦੀ ਗੱਲ, ਸਾਨੂੰ ਇਹ ਵੀ ਤਕਲੀਫ ਹੈ ਕਿ ਵੀ 15 ਕਿਲੋਮੀਟਰ ਨਾਲ ਹੀ ਇੱਕ ਡਰਾਈ ਪੋਰਟ ਬਣਿਆ, ਉਹਨਾਂ ਨੂੰ 2015 ਚ 85 ਲੱਖ ਮਿਲਿਆ, ਤੇ ਸਾਨੂੰ ਜਿਹੜਾ ਪ੍ਰੋਸੀਡੀਅਰ ਜਿਹਦੇ ਵਿੱਚ ਆਇਆ ਉਸ 'ਚ ਇਹ ਤੋਂ ਵੱਧ ਦੇ ਨਹੀਂ ਸਕਦੇ ਸੀ। ਹੁਣ ਅਸੀਂ ਗਾਹਾਂ ਕੋਰਟ ਕਚਹਿਰੀ ਜੋ ਵੀ ਕਰਨਾ ਕਰਾਂਗੇ, ਉਹ ਤਾਂ ਸਾਡਾ ਰਾਈਟ ਹੈਗਾ, ਫੰਡਾਮੈਂਟਲ ਰਾਈਟ ਹੈ, ਹੋਰ ਅਸੀਂ ਕੀ ਕਹਿ ਸਕਦੇ। ਤਾਂ ਵੈਸੇ ਤੁਸੀਂ ਖੁਸ਼ ਹੋ ਵੀ ਤਰੱਕੀ ਹੋ ਰਹੀ ਹੈ ਇਲਾਕੇ, ਇਕੱਲੇ ਇਹ ਤੁਹਾਡੇ ਇਲਾਕੇ ਦੀ ਨਹੀਂ, ਪੂਰੇ ਮਾਲਵੇ ਖੇਤਰ, ਪੂਰੇ ਇਸ ਏਰੀਏ ਦੀ, ਪੂਰੇ ਮਾਲਵੇ, ਇਹ ਪੂਰਾ ਪੰਜਾਬ ਦਾ ਸੈਂਟਰ ਹੈ ਤੇ ਇਕਨੋਮਿਕਲ ਕੈਪੀਟਲ ਆਪਣਾ ਲੁਧਿਆਣਾ ਹੈ। ਜ਼ਿਆਦਾਤਰ ਇੰਡਸਟਰੀ, ਸਮਾਲ ਇੰਡਸਟਰੀ ਇੱਥੋਂ ਹੈਗੀ ਆ ਲੁਧਿਆਣੇ 'ਚ, ਤੇ ਇਸੇ ਕਰਕੇ ਇੱਥੇ ਡਿਮਾਂਡ ਪਹਿਲਾਂ ਵੀ ਸੀ। 2005-6 'ਚ ਵੀ ਇੱਕ ਵਾਰ ਗੱਲ ਚੱਲੀ ਸੀ, ਲੇਕਿਨ ਅਨਫੋਰਚੂਨੇਟਲੀ ਉਸ ਤੋਂ ਬਾਅਦ 10 ਸਾਲ ਬਾਦਲ ਸਰਕਾਰ ਰਹੀ ਆ, ਉਹਨਾਂ ਨੇ ਕੱਖ ਨਹੀਂ ਸੋਚਿਆ ਹੀ ਨਹੀਂ ਇਸ ਬਾਰੇ, ਉਹਨਾਂ ਦੀ ਸੋਚ ਹੀ ਨਹੀਂ ਉਸ ਲੈਵਲ ਤੱਕ ਪਹੁੰਚ ਸਕਦੀ। ਅਕਾਲੀ ਦਲ ਵਾਲੇ ਜਿਹੜੇ ਨੇ ਉਹ, ਮਾਫ ਕਰਨਾ ਕਹਿਣ ਨੂੰ ਚੰਗਾ ਨਹੀਂ ਲੱਗਦਾ, ਲੇਕਿਨ ਉਹਨਾਂ ਨੂੰ ਦੇਗ ਤੱਕ ਤੇ ਉੱਥੇ ਤੱਕ ਗੁਰਦੁਆਰੇ ਤੱਕ ਹੀ ਸੋਚ ਹੈ, ਉਹਨਾਂ ਨੂੰ ਇਹ ਨਹੀਂ ਹੋ ਸਕਦਾ ਕਿ ਏਰੀਆ ਡਿਵੈਲਪਮੈਂਟ ਕਿੰਨਾ ਹੋ ਸਕਦਾ। ਸਰ ਇੱਥੇ ਡਾਕਟਰ ਸਾਹਿਬ ਆਏ ਨੇ, ਡਾਕਟਰ ਅਮਰ ਸਿੰਘ ਆਏ ਨੇ, ਤੇ ਕਿੱਦਾਂ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ, ਕਿੱਦਾਂ ਲੱਗਿਆ, ਕੋਈ ਕੀ ਭਰੋਸਾ ਹੈ ਤੁਹਾਨੂੰ? ਨਹੀਂ, ਪਿਛਲੇ 6-8 ਮਹੀਨੇ ਤੋਂ ਮੈਂ ਇਹਨਾਂ ਨਾਲ ਸੰਪਰਕ 'ਚ ਹੈਗਾ, ਤੇ ਇਹਨਾਂ ਨੇ ਸਾਡੇ ਨਾਲ ਹਰ ਜਗ੍ਹਾ ਖੜੇ ਨੇ, ਹਰ ਜਗ੍ਹਾ ਸਾਡੇ ਨਾਲ ਗਏ ਨੇ, ਮਿਨਿਸਟਰਾਂ ਨਾਲ ਵੀ ਮੀਟਿੰਗ ਕਰਾਈ ਹੈ, ਪ੍ਰਿੰਸੀਪਲ ਸੈਕਟਰੀ, ਇਹਨਾਂ ਵੀ ਸਾਡੀਆਂ ਮੀਟਿੰਗਾਂ ਹੋਈਆਂ। ਹੁਣ ਵੀ ਜਿਹੜੀਆਂ ਸਾਡੀਆਂ ਪ੍ਰੋਬਲਮ ਪਿੰਡ ਵਾਲਿਆਂ ਦੀਆਂ ਜ਼ਮੀਨਾਂ ਦੇ ਨਾਂ ਨਹੀਂ ਠੀਕ ਹੋ ਰਹੇ ਹੈ, ਆਪ ਮੂਹਰੇ ਨਾਲ ਲੱਗ ਕੇ ਸਾਡੇ ਨਾਲ ਕਰ ਰਹੇ ਨੇ, ਸਾਨੂੰ ਇਹੀ ਉਮੀਦ ਸੀਗੀ ਇਹਨਾਂ ਤੋਂ, ਇਹ ਨਾਲ ਕਰ ਰਹੇ ਨੇ। ਜਿੱਥੇ ਅਸੀਂ ਡਾਕਟਰ ਅਮਰ ਸਿੰਘ ਨਾਲ ਗੱਲਬਾਤ ਕੀਤੀ ਆ ਇਸ ਵਿਸ਼ੇ ਤੇ, 에ਅਰਪੋਰਟ ਦੇ ਬਾਰੇ ਨੂੰ ਦੱਸਿਆ ਵੀ ਜਲਦੀ ਇਸ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ, ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕਰ ਲਿੱਤੀ ਗਈ ਹੈ। ਅਗਲਾ ਜਿਹੜਾ ਕੰਮ ਹੈ ਉਹ ਕੇਂਦਰ ਨਾਲ ਤਾਲਮੇਲ ਕਰਕੇ ਜਲਦੀ ਸ਼ੁਰੂ ਕੀਤਾ ਜਾਏਗਾ। ਜਿੱਥੋਂ ਤੱਕ ਪਿੰਡ ਦੇ ਇੱਥੇ ਜ਼ਮੀਨ ਦੀ ਮੁਆਵਜ਼ੇ ਦੀ ਗੱਲ ਸੀ, ਉਸ ਨੂੰ ਲੈ ਕੇ ਵੀ ਪਿੰਡ ਵਾਸੀ ਨੇ ਅਸੀਂ ਗੱਲਬਾਤ ਕੀਤੀ, ਉਹਨੇ ਕਿਹਾ ਵੀ ਡਾਕਟਰ ਅਮਰ ਸਿੰਘ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ, ਜਿੱਥੇ ਭਾਵੇਂ ਮਿਨਿਸਟਰੀ ਦੀ ਗੱਲ ਹੋਵੇ ਜਾਂ ਚੀਫ ਸੈਕਟਰੀ ਦੀ, ਪ੍ਰਸ਼ਾਸਨ ਪੱਧਰ ਤੱਕ ਦੀ ਗੱਲ ਹੋਵੇ, ਸਾਰੇ ਸਾਡੇ ਨਾਲ ਤੁਰਦੇ ਨੇ, ਉਹ ਲੈ ਕੇ ਨਾਲ ਜਾਂਦੇ ਨੇ, ਸਾਡੀ ਸਮੱਸਿਆਵਾਂ ਹੱਲ ਪਹਿਲ ਦੇ ਆਧਾਰ ਤੇ ਹੱਲ ਕਰਾਉਣ ਲਈ ਵਚਨਬੱਧ ਨੇ ਡਾਕਟਰ ਅਮਰ ਸਿੰਘ। ਇੱਥੇ ਅਸੀਂ ਖੜੇ ਹਾਂ, ਜਿਹੜਾ ਐਤੀਆਣਾ ਪਿੰਡ ਹੈ, ਇੱਥੋਂ ਜਿੱਥੋਂ ਦੀ ਜ਼ਮੀਨ ਅਕਵਾਇਰ ਹੋਣੀ, ਉੱਥੋਂ ਦੇ ਸਰਪੰਚ ਖੜੇ ਲਖਵੀਰ ਸਿੰਘ, ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਦੇ ਪਿੰਡ ਦੀ ਜ਼ਮੀਨ ਤੇ 에ਅਰਪੋਰਟ ਬਣਨ ਜਾ ਰਿਹਾ, ਕਿੱਦਾਂ ਉਹਨੂੰ ਲੱਗ ਰਿਹਾ ਵੀ ਇਲਾਕੇ ਦੀ ਤਰੱਕੀ ਹੋ ਰਹੀ, ਉਸ ਬਾਰੇ ਇਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਇੱਥੇ ਪਿੰਡ ਦੀ ਜ਼ਮੀਨ ਵੀ ਅਕਵਾਇਰ ਕੀਤੀ ਗਈ ਹੈ, ਇੱਥੇ 에ਅਰਪੋਰਟ ਬਣਨ ਜਾ ਰਿਹਾ, ਕਿੱਦਾਂ ਤੁਹਾਨੂੰ ਲੱਗ ਰਿਹਾ ਵੀ ਕੀ ਤੁਹਾਨੂੰ ਗਾਹਾਂ ਫਿਊਚਰ ਕਿਵੇਂ ਦੇਖ ਰਹੇ ਹੋ? ਇਹ ਬਹੁਤ ਖੁਸ਼ੀ ਦੀ ਗੱਲ ਆ, ਕੋਈ 에ਅਰਪੋਰਟ ਬਣ ਰਿਹਾ ਵਾ, ਪਰ ਦੁੱਖ ਦੀ ਗੱਲ ਇਹ ਵੀ ਆ ਵੀ ਸਾਨੂੰ ਇਹਦਾ ਜਾਇਜ਼ ਮੁਆਵਜ਼ਾ ਨਹੀਂ ਮਿਲਿਆ। 1.5 ਸਾਲ ਤੋਂ ਅਸੀਂ ਇਹ ਚੀਜ਼ ਦਾ ਸਟਰਗਲ ਕਰ ਰਹੇ ਸੀਗੇ, ਤੇ ਅੱਜ ਵੀ ਸਾਡੀਆਂ ਪ੍ਰੋਬਲਮਾਂ ਸੀਗੀਆਂ। ਡਾਕਟਰ ਸਾਹਿਬ ਕੋਲੇ ਅਸੀਂ ਗਏ ਰੈਕੋਟ, ਤੇ ਉੱਥੇ ਬਿਠਾ ਕੇ ਸਾਰੇ ਐਸਡੀਐਮ, ਤਹਿਸੀਲਦਾਰ, ਪਟਵਾਰੀ ਵਗੈਰਾ ਸਾਡੀ ਉਹ ਚੀਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਆ ਡਰੇਨ ਦਾ ਸਾਡਾ ਰੌਲਾ ਸੀਗਾ, ਅੱਜ ਉਹ ਗਰਾਊਂਡ ਲੈਵਲ ਤੇ ਡਾਕਟਰ ਸਾਹਿਬ ਆਪ ਦੇਖਣ ਆਏ ਵੀ ਆਪਾਂ ਜਾ ਕੇ ਦੇਖੀਏ ਵੀ ਕੀ ਪ੍ਰੋਬਲਮ ਆ, ਤੇ ਨਾਲ ਇਹਨਾਂ ਦੀ ਚਲੋ ਵਿਜ਼ਿਟ ਹੋ ਗਈ। ਬਹੁਤ ਖੁਸ਼ੀ ਦੀ ਗੱਲ ਆ ਵੀ ਇਹ ਜੋ 에ਅਰਪੋਰਟ ਬਣ ਰਿਹਾ, ਇਹ ਤਰੱਕੀ ਦਾ ਰਾਹ ਖੁੱਲੂ ਸਾਰੇ ਏਰੀਏ ਵਾਸਤੇ, ਤੇ ਸਾਰੇ ਖੁਸ਼ ਨੇ। ਤੇ ਨਾਲ ਹੀ ਅਸੀਂ ਜਾਣੀ ਇਹ ਹਮੇਸ਼ਾ ਦੁੱਖ ਹੀ ਰਹੂਗਾ ਵੀ ਸਾਨੂੰ ਜਾਇਜ਼ ਮੁਆਵਜ਼ਾ ਨਹੀਂ ਮਿਲਿਆ। ਜਿਵੇਂ ਡਾਕਟਰ ਸਾਹਿਬ ਇੱਥੇ ਤੁਸੀਂ ਦੱਸਿਆ, ਡਾਕਟਰ ਸਾਹਿਬ ਨਾਲ ਤੁਹਾਡੀ ਮੀਟਿੰਗ ਵੀ ਹੋਈ ਆ, ਇੱਥੇ ਆਏ ਵੀ ਨੇ, ਤੇ ਤੁਹਾਨੂੰ ਜੀ ਤੁਹਾਡੀ ਉਹਨਾਂ ਨਾਲ ਗੱਲਬਾਤ, ਤੁਹਾਨੂੰ ਲੱਗਦਾ ਵੀ ਅੱਗੇ ਤੁਹਾਨੂੰ ਇਸ ਚੀਜ਼ ਦਾ ਜਿਹੜਾ ਰਾਹ ਪੱਧਰਾ ਹੋਏਗਾ, ਤੇ ਮੁਆਵਜ਼ੇ ਜਿਹੜੀ ਗੱਲ? ਹਾਂਜੀ। ਨਹੀਂ ਇਹ ਤਾਂ ਹੈਗੇ ਜੀ, ਡਾਕਟਰ ਸਾਹਿਬ ਇਹ ਮੰਗ ਕਰਦੇ ਵੀ ਅੱਗੇ ਤੋਂ ਵੀ ਹੋਰ ਵੀ ਇੱਥੇ ਹੁਣ ਰਸਤਿਆਂ ਦੀ ਲੋੜ ਆ, ਸਾਈਡਾਂ ਤੋਂ ਲੋਕਾਂ ਦੀ ਜ਼ਮੀਨਾਂ ਬਚ ਗਈਆਂ, ਸਾਨੂੰ ਰਸਤੇ ਨਾਲ ਦੀ ਗਾਂਹ ਲੰਘਣ ਵਾਸਤੇ ਰਸਤੇ ਮਿਲ ਜਾਣ, ਸਾਡੇ ਪਿੰਡ ਦੇ ਬੰਦਿਆਂ ਨੂੰ ਨੌਕਰੀਆਂ ਇੱਥੇ ਮਿਲ ਜਾਣ, ਹੋਰ ਵੀ ਜਾਣੀ ਹਰ ਹਾਲ ਜੋ ਐਤੀਆਂ ਨੂੰ ਸਹੂਲਤ ਮਿਲਣੀ ਚਾਹੀਦੀ ਆ, ਪਿੰਡ ਦੇ ਲੋਕਾਂ ਨੂੰ ਮਿਲਣੀ ਚਾਹੀਦੀ ਆ। ਸਾਡੀ ਜੋ ਕੁਝ ਵੀ ਚਲੋ ਹੋ ਗਿਆ, ਅੱਗੇ ਸਾਡੀ ਇਹ ਸਰਕਾਰ ਤੋਂ ਮੰਗ, ਡਾਕਟਰ ਸਾਹਿਬ ਤੋਂ ਮੰਗ ਆ ਵੀ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਦੇ ਉੱਤੇ ਬਈ ਇਹ ਪਿੰਡ ਨੂੰ ਰੱਖਿਆ ਜਾਵੇ। ਜਿਵੇਂ ਕਿ ਤੁਸੀਂ ਗੱਲਬਾਤ ਕੀਤੀ ਹੈ ਵੀ ਨੌਕਰੀਆਂ ਦਿੱਤੀਆਂ ਜਾਣੀਆਂ, ਆਸੇ-ਪਾਸੇ ਦਾ ਜਿਹੜਾ ਏਰੀਆ ਉਹ ਡਿਵੈਲਪ ਕੀਤਾ ਜਾਵੇ। ਮੁਆਵਜ਼ੇ ਦੀ ਗੱਲ ਕੀਤੀ, ਮੁਆਵਜ਼ੇ ਬਾਰੇ ਤੁਹਾਡਾ ਕੀ ਕਹਿਣਾ? ਮੁਆਵਜ਼ੇ ਦੀ ਵੀ ਕਿਤੇ ਨਾ ਕਿਤੇ ਗੱਲ ਤੁਰਦੀ ਹੈ, ਤੁਹਾਨੂੰ ਜਿਹੜਾ ਵਾਜਬ ਮੁਆਵਜ਼ਾ ਉਹ ਨਹੀਂ ਦਿੱਤਾ ਗਿਆ। ਕੋ ਸਾਡੇ ਨਾਲ ਜੋ ਪਹਿਲਾਂ ਮੀਟਿੰਗ ਹੋਈ ਉਹਨਾਂ ਵਿੱਚ ਸਾਨੂੰ ਕਹੀ 50 ਲੱਖ ਪਲੱਸ ਮਿਲੂਗਾ, ਪਰ ਸਾਡੇ ਕੋਲ ਰਿਕਾਰਡਿੰਗਾਂ ਵੀ ਸਭ ਕੁਝ ਅਸੀਂ ਆਪਣੇ ਦਿਖਾਇਆ, ਪਰ ਸਾਨੂੰ ਉਹਦਾ ਸਲੂਸ਼ਨ, ਉਹਦਾ ਕੋਈ ਰਿਜ਼ਲਟ ਨਹੀਂ ਲੱਭਿਆ। ਹੁਣ ਅੱਗੇ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਵੀ ਇਹਦਾ ਵੱਧ ਤੋਂ ਵੱਧ ਸਾਨੂੰ ਅੱਗੇ ਤੋਂ ਮੁਆਵਜ਼ਾ ਮਿਲੇ। ਹੋਰ ਵੀ ਜੋ ਜ਼ਮੀਨਾਂ ਅਕਵਾਇਰ ਹੋਣੀਆਂ ਰੋਡਾਂ ਵਾਸਤੇ, ਇੱਥੇ ਇਹ ਚੀਜ਼ ਤਾਂ ਮੁੱਕਣ ਨਹੀਂ ਗਈ, 161 ਕਿੱਲੇ ਹੋਰ ਵੀ ਕੋਈ ਕਹਿ ਰਿਹਾ ਵੀ ਇੱਥੇ ਐਰੋਸਿਟੀ ਲੁਧਿਆਣਾ ਬਸਣਾ, ਨਾਲ ਹੀ ਸਾਈਡ ਤੇ ਰਸਤੇ ਨਿਕਲਣੇ ਆ, ਵੀ ਉਹਦੀ ਅੱਗੇ ਤੋਂ ਵੱਧ ਸਾਨੂੰ ਇਹਦੀ ਜੋ ਵੀ ਮੁਆਵਜ਼ਾ ਵੱਧ ਤੋਂ ਵੱਧ ਮਿਲਣਾ ਚਾਹੀਦਾ।
ਜਿਵੇਂ ਕਿ ਤੁਸੀਂ ਸੁਣਿਆ ਜਿਹੜੇ ਇੱਥੋਂ ਪਿੰਡ ਦੇ ਸਰਪੰਚ ਨੇ ਉਹਨਾਂ ਨੇ ਵੀ ਇਹੀ ਗੱਲ ਸਾਫ਼ ਤੌਰ ਤੇ ਕਹੀ, ਜਿਹੜੀ ਮੁਆਵਜ਼ੇ ਦੀ ਦਿੱਕਤ ਆ ਉਹ ਕਿਤੇ ਨਾ ਕਿਤੇ ਆ ਰਹੀ ਹੈ। ਉਹਨਾਂ ਨੇ ਸਰਕਾਰ ਤੋਂ ਪੁਰਜ਼ੋਰ ਅਪੀਲ ਕੀਤੀ ਹੈ ਵੀ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਬਣਦਾ ਹੈ ਉਹ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹਨਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਨਾਲ ਉਹਨਾਂ ਨੇ ਇੱਥੋਂ ਜਿਹੜਾ 에ਅਰਪੋਰਟ ਬਣਨ ਜਾ ਰਿਹਾ ਜਾਂ ਹੋਰ ਕਮਰਸ਼ੀਅਲ ਇੱਥੇ ਐਕਟੀਵਿਟੀਜ਼ ਹੋਣਗੀਆਂ 에ਅਰਪੋਰਟ ਬਣਨ ਤੋਂ ਬਾਅਦ, ਉਹਦੇ ਵਿੱਚ ਵੀ ਉਹ ਆਪਣੇ ਪਿੰਡ ਦੀ ਹਿੱਸੇਦਾਰੀ ਚਾਹੁੰਦੇ ਨੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਜਯੰਤ ਦੇ ਨਾਲ, ਵੇਖਦੇ ਰਹੋ ਪ੍ਰਾਈਮ ਉਹਦੇ। ਸਤਿ ਸ਼੍ਰੀ ਅਕਾਲ।